ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿਗੁਰੂ ਕਲਾਸਿਸ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟਸ, ਅੱਜ ਆਪਾਂ ਕੰਪਿਊਟਰ ਸ਼ੁਰੂ ਕਰਨ ਜਾ ਰਹੇ ਹਾਂ। ਕੰਪਿਊਟਰ ਪੰਜਾਬ ਗਵਰਨਮੈਂਟ ਨੂੰ ਅਗਰ ਆਪਾਂ ਫੋਕਸ ਕਰ ਰਹੇ ਹਾਂ ਤਾਂ ਪੰਜਾਬ ਗਵਰਨਮੈਂਟ ਦੇ ਪੇਪਰਸ ਦੇ ਵਿੱਚ ਐਟ ਲੀਸਟ 10 ਮਾਰਕਸ ਦਾ ਔਰ ਮੈਕਸਿਮਮ 15 ਮਾਰਕਸ ਦਾ ਕੰਪਿਊਟਰ ਹੁੰਦਾ ਹੈ। ਤਾਂ ਜੋ ਮੇਰਾ ਅੱਜ ਦਾ ਟੌਪਿਕ ਹੈ ਹਿਸਟਰੀ ਆਫ ਕੰਪਿਊਟਰ, ਜਨਰੇਸ਼ਨ ਆਫ ਕੰਪਿਊਟਰ ਤੇ ਟਾਈਪ ਆਫ ਕੰਪਿਊਟਰ। ਇਹਦੇ ਚੋਂ ਤੁਹਾਨੂੰ ਡਾਇਰੈਕਟ ਕੁਐਸਚਨ ਮਿਲਣਗੇ ਕਿਉਂਕਿ ਜੋ ਮੈਟਰ ਮੈਂ ਤੁਹਾਡੇ ਕੋਲ ਲੈ ਕੇ ਆ ਰਿਹਾ ਉਹ ਇਸ ਅਕੋਰਡਿੰਗ ਹੀ ਲੈ ਕੇ ਆ ਰਿਹਾ ਕਿ ਪ੍ਰੋਪਰ ਨੋਟਸ ਬਣੇ ਹੋਏ ਆ, ਪ੍ਰੋਪਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਠੀਕ ਹੈ, ਤਾਂ ਇਹਨਾਂ ਨੂੰ ਇੱਕ ਵਾਰੀ ਧਿਆਨ ਨਾਲ ਸੁਣਿਓ, ਉਸ ਤੋਂ ਬਾਅਦ ਅਗਰ ਜ਼ਰੂਰਤ ਹੋਵੇ ਇਹਨਾਂ ਦੇ ਨਾਲ ਨੋਟਸ ਬਣਾਉਂਦੇ ਰਹੋ। ਨੋਟਸ ਬਣਾਓਗੇ ਤਾਂ ਬੈਸਟ ਹੈ, ਨਹੀਂ ਤਾਂ ਇਹਦੇ ਸਕਰੀਨਸ਼ਾਟ ਲੈ ਕੇ ਰੱਖ ਲਿਓ। ਤਾਂ ਬੈਸਟ ਚੀਜ਼ ਕੀ ਹੈ ਕਿ ਤੁਹਾਨੂੰ ਇਹ ਜਿਹੜਾ ਕੰਪਿਊਟਰ ਹੈ ਟੂ ਦੀ ਪੁਆਇੰਟ ਆਪਾਂ ਕਰ ਰਹੇ ਹਾਂ। ਟੂ ਦੀ ਪੁਆਇੰਟ ਮੀਨਸ ਟੂ ਸੇ ਕਿ ਇਸ ਦੇ ਵਿੱਚੋਂ ਜ਼ਰੂਰ ਕੁਐਸਚਨ ਆਉਣਗੇ ਵੀ ਇਸ ਤੋਂ ਬਾਹਰ ਕੁਐਸਚਨ ਨਹੀਂ ਜਾਂਦਾ। ਤੁਸੀਂ ਮੇਰੀਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਨਾ, ਤਾਂ ਇਸ ਤੋਂ ਬਾਹਰ ਕੁਐਸਚਨ ਨਹੀਂ ਜਾਏਗਾ, ਬਸ ਸਾਰਾ ਕੁਝ ਇਸੇ ਚੋਂ ਆਉਣਾ ਹੈ। ਧਿਆਨ ਨਾਲ ਕੰਪਿਊਟਰ ਨੂੰ ਕਵਰ ਕਰ ਲਿਓ ਤੇ ਇਹ ਮੰਨ ਕੇ ਚੱਲੋ ਵੀ ਜਦੋਂ ਵੀ ਆਪਾਂ ਇੱਕ ਸਬਜੈਕਟ ਕਰ ਰਹੇ ਹਾਂ ਤਾਂ ਆਪਾਂ ਟਾਰਗੇਟ ਕਰ ਰਹੇ ਹਾਂ ਵੀ ਆਪਾਂ 10 ਤੋਂ 15 ਮਾਰਕਸ ਆਪਦੇ ਸਕੋਰ ਕਰਨੇ ਆ। ਜੇ 10 ਮਾਰਕਸ ਦਾ ਤਾਂ ਮਿਨੀਮਮ ਤੁਹਾਡੇ 8 ਹੋਣ, ਜੇ 15 ਦੇ ਤਾਂ ਮਿਨੀਮਮ 13 ਹੋਣ, ਕਿਉਂਕਿ ਪਟਵਾਰੀ ਦਾ ਪੇਪਰ ਅੱਗੋਂ ਹੋਰ ਵੀ ਜਿਹੜੇ ਵੀ ਪੇਪਰ ਆ ਰਹੇ ਆ ਤਾਂ ਉਹਨਾਂ ਦੇ ਵਿੱਚ ਕੰਪਿਊਟਰ ਜ਼ਰੂਰ ਹੋਏਗਾ। ਤਾਂ ਜਾਂ PSSB ਦੀ ਜਿਹੜੀ ਵੀ ਕੋਈ ਵੈਕੈਂਸੀ ਆਏਗੀ ਉਹਦੇ ਵਿੱਚ ਕੰਪਿਊਟਰ ਜ਼ਰੂਰ ਹੋਏਗਾ। ਤਾਂ ਕੰਪਿਊਟਰ ਨੂੰ ਧਿਆਨ ਨਾਲ ਕਵਰ ਕਰਦੇ ਰਹੋ। ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਟੌਪਿਕ। ਵੀਡੀਓ ਨੂੰ ਸ਼ੇਅਰ ਲਾਈਕ ਤੋਂ ਤੁਸੀਂ ਕਰ ਦਿਓ। ਹਾਂਜੀ, ਫਸਟ ਹੈ ਹਿਸਟਰੀ ਆਫ ਕੰਪਿਊਟਰ। ਕੰਪਿਊਟਰ ਕੀ ਹੈ ਜੀ? ਇਲੈਕਟ੍ਰੋਨਿਕ ਮਸ਼ੀਨ ਹੈ। ਇਲੈਕਟ੍ਰੋਨਿਕ ਮਸ਼ੀਨ ਮੀਨਸ ਟੂ ਸੇ ਫਰੋਮ ਵਨ ਸਾਈਡ ਯੂ ਪ੍ਰੋਵਾਈਡ ਦਾ ਇਨਫੋਰਮੇਸ਼ਨ, ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਦੀ ਫੈਚਿੰਗ ਹੁੰਦੀ ਹੈ ਔਰ ਆਪਾਂ ਨੂੰ ਆਊਟਪੁੱਟ ਮਿਲਦੀ ਹੈ। ਅਗਰ ਮੈਂ ਕਰੈਕਟਰਿਸਟਿਕਸ ਆਫ ਕੰਪਿਊਟਰ ਦੀ ਗੱਲ ਕਰਾਂ ਤਾਂ ਕੰਪਿਊਟਰ ਦੇ ਕਰੈਕਟਰਿਸਟਿਕਸ ਕੀ ਹੈ? ਹਾਈ ਸਪੀਡ ਹੈ, ਐਕੂਰੇਸੀ ਹੈ, ਨੋ IQ ਹੈ, ਸਟੋਰੇਜ ਹੈ, ਨੋ ਫੀਲਿੰਗ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਜੀ? ਵਨ ਲਾਈਨਰ। ਮੋਸਟ ਵਨ ਲਾਈਨਰ ਹੈ ਜੀ, ਇਹਨੂੰ ਯਾਦ ਜ਼ਰੂਰ ਕਰਨਾ 8 ਪੁਆਇੰਟਸ ਨੂੰ। ਫਸਟ ਹੈ father of computer Charles Babbage। second, father of modern computer science ਤਾਂ ਉਸ ਪਰਸਨ ਦਾ ਨਾਮ ਹੈ ਐਲਨ ਟਿਊਰਿੰਗ। father of modern computer science ਐਲਨ ਟਿਊਰਿੰਗ। third, first unprogrammable digital computer ਨਾਮ ਹੈ ਜੀ ਐਟਾਂਸਾ ਸੋਫ ਬੈਰੀ ਕੰਪਿਊਟਰ। ਐਟਾਂਸਾ ਸੋਫ ਬੈਰੀ ਕੰਪਿਊਟਰ। फर्स्ट इलेक्ट्रॉनिक डिजिटल कंप्यूटर नाम है ENIAC। फर्स्ट इलेक्ट्रॉनिक डिजिटल कंप्यूटर ENIAC। ENIAC की फुल फॉर्म की है? तो उसकी फुल फॉर्म है जी इलेक्ट्रॉनिक न्यूमेरिक इंटीग्रेटर एंड कैलकुलेटर। वर्ल्ड फास्टेस्ट कंप्यूटर सनवे त्यों लाइट इन चाइना। India's fastest computer Param Yuva 2। Param Yuva 2 developed by Center for Development of Advanced Computing। ठीक है जी। नेक्स्ट है जनरेशन ऑफ कंप्यूटर। फर्स्ट जनरेशन का टाइम पीरियड 1940 to 56, सेकेंड जनरेशन 56 to 63, थर्ड जनरेशन 64 to 71, फोर्थ जनरेशन 71 to 80, फिफ्थ जनरेशन 80 to प्रेजेंट। फर्स्ट जनरेशन च अपने कोल की यूज होया सी जी? वैक्यूम ट्यूब। सैकेंड जनरेशन च ट्रांजिस्टर। थर्ड जनरेशन च इंटीग्रेटेड सर्किट। फोर्थ जनरेशन च माइक्रो प्रोसैसर। फिफ्थ जनरेशन च सैमी कंडक्टर। याद रखियो, फर्स्ट वैक्यूम ट्यूब, सैकेंड ट्रांजिस्टर, थर्ड इंटीग्रेटेड सर्किट, फोर्थ माइक्रो प्रोसैसर, फिफ्थ सैमी कंडक्टर। उस तो बाद ਜਿਹੜਾ ਨਾਲ ਉਹਨਾਂ ਦੇ ਵਿੱਚ ਪ੍ਰੋਗਰਾਮਿੰਗ ਸਿਸਟਮ ਜਿਹੜੀ ਵੀ ਆਈ ਹੈ, ਜਿਵੇਂ ਫਸਟ ਦੇ ਵਿੱਚ ਬੈਚ ਪ੍ਰੋਸੈਸਿੰਗ OS ਸੀਗਾ ਆਪਰੇਟਿੰਗ ਸਿਸਟਮ, ਸੈਕਿੰਡ 'ਚ ਮਲਟੀ ਬੈਗ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਆ ਗਿਆ, ਥਰਡ 'ਚ ਟਾਈਮ ਸ਼ੇਅਰਿੰਗ ਰੀਅਲ ਟਾਈਮ ਆਪਰੇਟਿੰਗ ਸਿਸਟਮ ਆ ਗਿਆ, ਫੋਰਥ 'ਚ ਰੀਅਲ ਟਾਈਮ ਮਲਟੀ ਪ੍ਰੋਗਰਾਮਿੰਗ, ਔਰ ਫਿਫਥ ਹੈ ਜਿਹੜਾ ਫਿਫਥ ਜਨਰੇਸ਼ਨ ਹੈ ਸੈਮੀ ਕੰਡਕਟਰ ਹੈ ਹੁਣ ਤੱਕ ਚੱਲ ਰਿਹਾ, ਉਹਦੇ 'ਚ ਮਲਟੀ ਪ੍ਰੋਗਰਾਮਿੰਗ ਆਪਰੇਟਿੰਗ ਸਿਸਟਮ ਰੀਅਲ ਟਾਈਮ ਆ ਗਿਆ। ਹਾਂਜੀ, ਜੇ ਆਪਾਂ ਜਨਰੇਸ਼ਨ ਦੀ ਗੱਲ ਕਰੀਏ ਤਾਂ ਜਨਰੇਸ਼ਨ ਲੈਂਗੁਏਜ ਕਿਵੇਂ ਚੇਂਜ ਹੋਈਆਂ ਫਸਟ ਜਨਰੇਸ਼ਨ 'ਚ। ਹੁਣ ਸਟੂਡੈਂਟ ਇੱਕ ਚੀਜ਼ ਦੇਖੋ, ਆ ਜਿਹੜੇ ਪੁਆਇੰਟ ਹੈ ਨਾ 5 ਪੁਆਇੰਟ ਹੈ ਜਿਹੜੇ ਤੁਹਾਡੇ ਸਾਹਮਣੇ ਲਿਖੇ ਹੋਏ ਆ, ਫਸਟ ਜਨਰੇਸ਼ਨ, ਸੈਕਿੰਡ, ਥਰਡ, ਫੋਰਥ, ਫਿਫਥ, ਇਹਨਾਂ ਨੂੰ ਰੱਟਾ ਲਾ ਲਿਓ ਜਿਵੇਂ ਮਰਜ਼ੀ ਯਾਦ ਕਰਿਓ ਕਿਉਂਕਿ ਇਹਨਾਂ 'ਚੋਂ ਕੁਐਸਚਨ ਪੱਕਾ ਵੀ ਪੇਪਰ 'ਚ ਆਏਗਾ। ਫਸਟ ਜਨਰੇਸ਼ਨ
ਮਸ਼ੀਨ ਐਂਡ ਅਸੈਂਬਲੀ ਲੈਂਗੁਏਜ, ਸੈਕਿੰਡ ਜਨਰੇਸ਼ਨ ਅਸੈਂਬਲੀ ਲੈਂਗੁਏਜ ਤੇ ਹਾਈ ਲੈਵਲ ਲੈਂਗੁਏਜ। ਦੇਖੋ ਯਾਦ ਕਿਵੇਂ ਕਰਨਾ ਹੈ ਵੀ ਪਹਿਲਾਂ ਆਪਾਂ ਮਸ਼ੀਨ ਬਣਾਈ ਹੈ ਤਾਂ ਮਸ਼ੀਨ ਲੈਂਗੁਏਜ ਹੋਏਗੀ, ਫਿਰ ਅਸੈਂਬਲੀ ਤੇ ਹਾਈ ਲੈਵਲ ਲੈਂਗੁਏਜ, ਵੀ ਪਹਿਲਾਂ ਮਸ਼ੀਨ ਤੇ ਅਸੈਂਬਲੀ ਹੈ, ਲੋ ਲੈਵਲ ਹੈ ਜੀ, ਫਿਰ ਅਸੈਂਬਲੀ ਤੇ ਹਾਈ ਲੈਵਲ ਲੈਂਗੁਏਜ। ਤਾਂ ਇੱਕ ਨਾ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ, Fortran and COBOL are used in which of the following generation? ਤਾਂ ਆਪਸ਼ਨਸ ਲਿਖੀਆਂ ਹੋਈਆਂ ਸੀ ਫਸਟ, ਸੈਕਿੰਡ, ਥਰਡ, ਫੋਰਥ। ਆਪਣਾ ਆਨਸਰ ਕੀ ਹੋਏਗਾ? Fortran and COBOL are used in second generation। ਥਰਡ ਹੈ ਜੀ ਹਾਈ ਲੈਵਲ ਲੈਂਗੁਏਜ। ਹਾਈ ਲੈਵਲ ਲੈਂਗੁਏਜ ਥਰਡ ਜਨਰੇਸ਼ਨ ਚ ਆਈਆਂ ਕਿਹੜੀਆਂ ਕਿਹੜੀਆਂ ਆਈਆਂ? ਹੁਣ ਇਹਨਾਂ ਦੇ ਨਾਮ ਯਾਦ ਰੱਖਣੇ ਆ। Fortran 2 to 4, COBOL, Pascal, Basic ਤਾਂ Algol 68। ठीक है। फोर्थ जनरेशन हाई लेवल लैंग्वेज है फोर्टन 77, पास्कल ते कोबोल। और फिफ्थ जनरेशन ਦੇ ਵਿੱਚ C++, ਜਾਵਾ, .NET ਆਈ ਹੈ। ਹੁਣ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਸੀ ਜਾਵਾ ਐਂਡ C++ ਆਰ ਯੂਜ਼ਡ ਇਨ ਵਿਚ ਆਫ ਦਾ ਫੋਲੋਇੰਗ ਲੈਂਗੁਏਜ। ਤਾਂ ਸਟੂਡੈਂਟ ਨੇ ਬਹੁਤ ਸਾਰੇ ਨੇ ਗਲਤੀ ਕੀ ਕੀਤੀ ਸੀ ਉਸ ਟਾਈਮ ਦੇ ਵਿੱਚ, ਉਹਨਾਂ ਨੇ ਫੋਰਥ ਜਨਰੇਸ਼ਨ ਟਿਕ ਕਰਤਾ ਸੀ, ਲੇਕਿਨ ਫਿਫਥ ਜਨਰੇਸ਼ਨ ਦੇ ਵਿੱਚ ਤੁਹਾਡੇ ਕੋਲ ਹੈ ਜਿਹੜਾ ਉਹ ਜਾਵਾ ਔਰ C++ ਆਈਆਂ। ਠੀਕ ਹੈ ਜੀ। ਉਸ ਤੋਂ ਬਾਅਦ ਟਾਈਪਸ ਆਫ ਕੰਪਿਊਟਰ, 5 ਟਾਈਪ ਆਪਣੇ ਕੋਲ, ਪਰਸਨਲ ਕੰਪਿਊਟਰ, ਮਿਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ ਤੇ ਮਾਈਕਰੋ ਕੰਪਿਊਟਰ। ਆਈ ਰਿਪੀਟ, ਪਰਸਨਲ ਕੰਪਿਊਟਰ, ਮਿਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਸੁਪਰ ਕੰਪਿਊਟਰ ਤੇ ਮਾਈਕਰੋ ਕੰਪਿਊਟਰ। ਹਾਂਜੀ, ਪਰਸਨਲ ਕੰਪਿਊਟਰ। ਪਰਸਨਲ ਕੰਪਿਊਟਰ ਨੂੰ ਆਪਾਂ ਪੀਸੀ ਵੀ ਕਹਿੰਦੇ ਆ, ਇਹ ਛੋਟੇ ਸਾਈਜ਼ ਦਾ ਹੁੰਦਾ। ਠੀਕ ਹੈ। ਆਪਣੇ ਕਾਹਦੇ ਲਈ ਬਣਦਾ? ਇੰਡੀਵਿਜੂਅਲ ਦੇ ਯੂਜ਼ ਦੇ ਲਈ ਬਣਦਾ। ਇੰਡੀਵਿਜੂਅਲ ਮਤਲਬ ਇੱਥੇ ਇੱਕ ਪਰਸਨ ਆ ਨਾ, ਯੂਜ਼ ਕਰ ਸਕਦਾ ਹੈ। ਕਿਹੜੀ ਟੈਕਨੋਲੋਜੀ ਤੇ ਬੇਸ ਹੈ? ਮਾਈਕਰੋ ਪ੍ਰੋਸੈਸਰ ਟੈਕਨੋਲੋਜੀ ਤੇ ਬੇਸ ਹੈ। ਔਰ ਇਹਦੇ ਵਿੱਚ ਕੀ ਹੈ ਐਂਟਾਇਰ CPU ਹੈ ਜਿਹੜਾ ਉਹ ਇੱਕ ਚਿਪ ਤੇ ਬਣਿਆ ਹੈ। ਠੀਕ ਹੈ, ਇੱਕ ਚਿਪ ਤੇ ਜਿਹੜਾ ਇੰਸਟਾਲ ਕੀਤਾ ਹੈ। ਹਾਂਜੀ, ਉਸ ਤੋਂ ਬਾਅਦ ਕੀ ਇਹਦੇ ਵਿੱਚ ਹੁੰਦਾ ਕੀ ਹੈ? ਪਰਸਨਲ ਕੰਪਿਊਟਰ ਦੇ ਵਿੱਚ ਬਿਜ਼ਨਸ ਯੂਜ਼ ਪਰਸਨਲ ਕੰਪਿਊਟਰ ਹੈ, ਫੋਰ ਵਰਡ ਪ੍ਰੋਸੈਸਿੰਗ ਲਈ ਹੈ, ਅਕਾਊਂਟਿੰਗ ਲਈ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਠੀਕ ਹੈ। ਡੈਸਕਟੋਪ ਦੇ ਪਬਲਿਸ਼ਿੰਗ ਲਈ ਯੂਜ਼ ਕਰਦੇ ਹਾਂ। ਰਨਿੰਗ ਸਪਰੈਡਸ਼ੀਟ ਹੈ। ਐਟ ਹੋਮ ਮੋਸਟ ਪਪੂਲਰ ਯੂਜ਼ ਹੁੰਦਾ ਹੈ ਵਾਲਾ। ਤਾਂ ਪਰਸਨਲ ਕੰਪਿਊਟਰ ਹੈ। ਮੇਨ ਪੁਆਇੰਟ ਕੀ ਇੱਥੇ ਇੰਡੀਵਿਜੂਅਲ ਯੂਜ਼ਰ ਦੇ ਲਈ ਬਣਿਆ। ਉਸ ਤੋਂ ਬਾਅਦ ਮਿਨੀ ਕੰਪਿਊਟਰ, ਇਹ ਕੀ ਹੈ? ਮਿਡ ਸਾਈਡ ਹੈ, ਮਿਡ ਸਾਈਜ਼ ਹੈ ਇਹਦਾ। ਮਲਟੀ ਪ੍ਰੋਸੈਸਿੰਗ ਸਿਸਟਮ ਹੈ, ਕੈਪੇਬਲ ਆਫ ਸਪੋਰਟਿੰਗ ਅਪ ਟੂ 250 ਯੂਜ਼ਰ ਸਾਈਮਲਟੇਨੀਅਸਲੀ। ਠੀਕ ਹੈ। ਮੇਨ ਚੀਜ਼ ਕੀ ਹੈ? ਮਿਡ ਸਾਈਜ਼ ਮਲਟੀ ਪ੍ਰੋਸੈਸਿੰਗ ਸਿਸਟਮ ਹੈ ਜਿਹੜਾ ਕਾਹਦੇ ਲਈ ਕੈਪੇਬਲ ਹੈ? ਕੈਪੇਬਲ ਆਫ ਸਪੋਰਟਿੰਗ ਅਪ ਟੂ 250 ਯੂਜ਼ਰ ਸਾਈਮਲਟੇਨੀਅਸਲੀ। ਹਾਂਜੀ, ਕਾਹਦੇ ਲਈ ਕੀਤੇ ਜਾਂਦੇ ਆ? ਮਿਨੀ ਕੰਪਿਊਟਰ ਇੱਕ ਨਾ ਲੋ ਜਿਹੜਾ ਇਹਦੇ ਵਿੱਚ ਹੁੰਦਾ ਕੀ ਹੈ ਵੀ ਮੇਨ ਚੀਜ਼ ਕੀ ਹੈ ਵੀ ਜਿਹੜਾ ਇਹਨਾਂ ਦਾ ਡਿਜ਼ਾਈਨ ਇਸ ਅਕੋਰਡਿੰਗ ਕੀਤਾ ਜਾਂਦਾ ਹੈ ਕਿ ਇਹ ਸਪੈਸੀਫਿਕ ਇਹਨਾਂ ਨੂੰ ਟਾਸਕ ਦਿੱਤੀ ਜਾ ਸਕਦੀ, ਸਪੈਸੀਫਿਕ ਟਾਸਕ ਦੇ ਲਈ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ। ਤਾਂ ਪਾਪੂਲਰ ਜਿਹੜੇ ਮਿੰਨੀ ਕੰਪਿਊਟਰ ਆ ਉਹ ਕਿਹੜੇ ਕਿਹੜੇ ਆ ਜਿਨ੍ਹਾਂ ਦੇ ਨਾਮ ਯਾਦ ਰੱਖਣੇ ਆ ਤੁਸੀਂ? ਇਹ ਐਗਜ਼ਾਮ ਦੇ ਵਿੱਚ ਪੁੱਛੇ ਗਏ ਹੋਏ ਆ ਨਾਮ ਇਹਨਾਂ ਚੋਂ, ਜਿਵੇਂ K202, ਟੈਕਸਾਸ ਇੰਸਟਰੂਮੈਂਟ TI990, SDS92 ਐਂਡ IBM ਮਿਡ ਰੇਂਜ ਕੰਪਿਊਟਰਸ। ਇਹ ਨਾਮ ਹੈ ਇਹਨਾਂ ਦੇ, ਨਾਮ ਯਾਦ ਕਰ ਲਿਓ, ਵਧੀਆ ਵੀ ਪੇਪਰ 'ਚ ਆ ਜਾਂਦੇ ਆ। ਠੀਕ ਹੈ। ਅੱਛਾ, ਉਸ ਤੋਂ ਬਾਅਦ ਕੀ ਹੈ ਜੀ? ਮੇਨ ਫਰੇਮ ਕੰਪਿਊਟਰ ਹੈ। ਮੇਨ ਫਰੇਮ ਕੰਪਿਊਟਰ ਕਾਹਦੇ ਲਈ ਹੈ ਵੀ ਇਹ ਲਾਰਜ ਹੁੰਦੇ ਆ ਸਾਈਜ਼ ਦੇ ਵਿੱਚ, ਐਕਸਪੈਂਸਿਵ ਕੰਪਿਊਟਰ ਹੈ, ਕੈਪੇਬਲ ਆਫ ਸਪੋਰਟਿੰਗ 100 ਆਫ ਇਵਨ 1000 ਆਫ ਯੂਜ਼ਰ ਸਾਈਮਲਟੇਨੀਅਸਲੀ। ਦੇਖੋ ਮਿਨੀ ਕੰਪਿਊਟਰ ਤੇ ਮੇਨ ਫਰੇਮ ਕੰਪਿਊਟਰ 'ਚ ਫਰਕ ਕੀ ਹੈ? ਮਿਨੀ ਕੰਪਿਊਟਰ ਦੇ ਵਿੱਚ ਹੁੰਦਾ ਅਪ ਟੂ 250 ਯੂਜ਼ਰ ਸਾਈਮਲਟੇਨੀਅਸਲੀ, ਇਹਦੇ ਤੇ ਕੈਪੇਬਲ ਹੁੰਦੇ ਆ ਵਰਕ ਕਰਨ ਦੇ ਲਈ। ਲੇਕਿਨ ਮੇਨ ਫਰੇਮ ਦੇ ਵਿੱਚ ਕੀ ਹੈ? ਇਵਨ 1000 ਆਫ ਯੂਜ਼ਰ ਸਾਈਮਲਟੇਨੀਅਸਲੀ ਜਿਹੜੇ ਆ ਵਰਕ ਕਰ ਸਕਦੇ ਆ। ਔਰ ਇਹਦੇ ਵਿੱਚ ਇਹਨਾਂ ਦੀਆਂ ਪਪੂਲਰ ਹੈ ਕੀ ਹੈ? Fujitsu ICL VME, Hitachi's Z800। ਇਹ ਨਾਮ ਹੈ ਜੀ ਇਹਨਾਂ ਦੇ ਨੇਮ, ਮੈਂ ਫਿਰ ਕਹਿ ਰਿਹਾ ਯਾਦ ਰੱਖਣ ਦੀ ਕੋਸ਼ਿਸ਼ ਕਰਿਓ, ਇੱਕ ਦੋ ਵਾਰ ਰੀਡਿੰਗ ਕਰੋਗੇ ਫਿਰ ਯਾਦ ਹੋਣਗੇ, ਲੇਕਿਨ ਪੁੱਛੇ ਜਾਂਦੇ ਆ ਪੇਪਰ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਸੁਪਰ ਕੰਪਿਊਟਰ। ਹਾਂਜੀ, ਸੁਪਰ ਕੰਪਿਊਟਰ ਕੀ ਹੈ? ਵਨ ਆਫ ਦਾ ਫਾਸਟੈਸਟ ਕੰਪਿਊਟਰ ਹੈ। ਔਰ ਇਹਦਾ ਮੇਨ ਕੰਮ ਕੀ ਹੈ ਵੀ ਜਿੰਨੇ ਵੀ ਪੂਰੀਆਂ ਮੈਥਮੈਟਿਕ ਕੈਲਕੂਲੇਸ਼ਨਸ ਹੈ ਔਰ ਜਿਹੜੀਆਂ ਹਾਈ ਸਪੀਡ ਕੈਲਕੂਲੇਸ਼ਨਸ ਆਪਾਂ ਨੂੰ ਜਦੋਂ ਵੀ ਚਾਹੀਦੀਆਂ ਤਾਂ ਆਪਾਂ ਸੁਪਰ ਕੰਪਿਊਟਰ ਲਈ ਦਾ ਯੂਜ਼ ਕਰਦੇ ਹਾਂ। ਐਗਜ਼ਾਮਪਲਸ ਹੈ IBM Sequoia in United States,
ਫੁਜੀਤਸੂ ਕੰਪਿਊਟਰ ਇਨ ਜਾਪਾਨ, ਜਾਪਾਨ ਦਾ ਇਹ ਕੁਐਸਚਨ ਐਵੇਂ ਪੁੱਛਿਆ ਗਿਆ ਸੀ ਇੱਕ ਵਾਰੀ ਐਗਜ਼ਾਮ ਦੇ ਵਿੱਚ ਕਿ ਜਾਪਾਨ ਦਾ ਜਿਹੜਾ ਕੰਪਿਊਟਰ ਹੈ ਉਹਦਾ ਨਾਮ ਪੁੱਛਿਆ ਸੀ ਤਾਂ ਫੁਜੀਤਸੂ ਉਹਦਾ ਨਾਮ ਸੀ। IBM ਮੀਰਾ ਇਹ ਯੂਨਾਈਟਿਡ ਸਟੇਟਸ ਦੇ ਵਿੱਚ ਹੈ। IBM ਸੁਪਰ MUC ਇਨ ਜਰਮਨੀ ਤੇ NUDT ਤੇ ਹਾਨੀ I1A ਇਨ ਚਾਈਨਾ। ਠੀਕ ਹੈ। ਉਸ ਤੋਂ ਬਾਅਦ ਸਟੂਡੈਂਟਸ ਨੈਕਸਟ ਹੈ ਜੀ ਮਾਈਕਰੋ ਕੰਪਿਊਟਰ। ਮਾਈਕਰੋ ਕੰਪਿਊਟਰ ਕੀ ਹੈ? ਡੈਸਕਟਾਪ ਕੰਪਿਊਟਰ ਹੈ, ਲੈਪਟਾਪ ਪਰਸਨਲ ਡਿਜੀਟਲ ਅਸਿਸਟੈਂਟ ਜਿਹਨੂੰ ਆਪਾਂ ਬੋਲਦੇ ਨੇ। PDA, PDA ਦੀ ਫੁੱਲ ਫਾਰਮ ਯਾਦ ਰੱਖਣੀ ਹੈ ਤੁਸੀਂ, ਪਰਸਨਲ ਡਿਜੀਟਲ ਅਸਿਸਟੈਂਟ। ਆਈ ਰਿਪੀਟ PDA ਕਾਫੀ ਇੰਪੋਰਟੈਂਟ ਹੈ, ਪਰਸਨਲ ਡਿਜੀਟਲ ਅਸਿਸਟੈਂਟ। ਠੀਕ ਹੈ। ਉਸ ਤੋਂ ਬਾਅਦ ਮਾਈਕਰੋ ਕੰਪਿਊਟਰ ਜਿਵੇਂ ਲੈਪਟਾਪ ਵਗੈਰਾ ਆਪਾਂ ਸਾਰੇ ਯੂਜ਼ ਕਰਦੇ ਹਾਂ ਤਾਂ ਨੈਟਬੁੱਕ, ਨੋਟਬੁੱਕ, PDA ਸਭ ਆਪਾਂ ਨੂੰ ਪਤਾ ਹੀ ਹੈ। ਹਾਂਜੀ। ਉਸ ਤੋਂ ਬਾਅਦ ਦੇਖੋ ਆਪਰੇਸ਼ਨ ਕਿਵੇਂ ਕਿਵੇਂ ਹੁੰਦਾ ਇਹਦਾ। ਪਹਿਲੇ ਨੰਬਰ ਤੇ ਟੇਕ ਇਨਪੁਟ, ਕੰਪਿਊਟਰ ਨੇ ਕਰਨੀ ਕਿ ਇਨਪੁਟ ਆਪਣੇ ਕੋਲੋਂ ਰਿਸੀਵ ਕਰਨੀ ਹੈ। ਦ ਪ੍ਰੋਸੈਸ ਆਫ ਐਂਟਰਿੰਗ ਡਾਟਾ ਐਂਡ ਇਨਸਟਰਕਸ਼ਨ ਇਨਟੂ ਦਾ ਕੰਪਿਊਟਰ ਸਿਸਟਮ। ਅੱਛਾ ਹੁਣ ਇੱਕ ਚੀਜ਼ ਹੋਰ ਸੁਣੋ, ਇੱਥੇ ਕੀ ਹੈ ਵੀ ਜਿਵੇਂ ਆਪਣੇ ਕੋਲ ਆ ਲਿਖਿਆ ਨਾ 5 ਜਿਹੜੇ ਲਿਖੇ ਆ ਆਪਰੇਸ਼ਨਸ ਲਿਖੇ ਆ ਸੀਰੀਅਲ ਆਰਡਰ ਦੇ ਵਿੱਚ, ਇਹਨਾਂ ਐਗਜ਼ਾਮੀਨਰ ਨਾ ਇਹਨਾਂ ਚੋਂ ਵੀ ਕੁਐਸਚਨ ਪੁੱਛ ਲੈਂਦਾ ਕਈ ਵਾਰ। ਤਾਂ ਇਹਨਾਂ ਦਾ ਨਾ ਇੱਕ ਪ੍ਰੋਪਰ ਜਿਹੜਾ ਆ ਸੀਕੁਐਂਸ ਕਹਿ ਲਓ ਜਾਂ ਇਹਨਾਂ ਨੇ ਕਿਵੇਂ ਕਿਵੇਂ ਕੰਮ ਕਰਨਾ ਹੈ, ਐਕਸਪਲੇਨੇਸ਼ਨ ਉਹ ਯਾਦ ਰੱਖਿਓ, ਇਹਨਾਂ ਚੋਂ ਕੁਐਸਚਨ ਪੁੱਛ ਲੈਂਦੇ ਆ ਕਿਉਂਕਿ ਜਿਹੜਾ ਬੇਸਿਕ ਆਫ ਕੰਪਿਊਟਰ ਹੈ ਨਾ ਉਹਦੇ ਚੋਂ ਕੁਐਸਚਨ ਜ਼ਰੂਰ ਬਣਦੇ ਆ। ਜਿਵੇਂ ਫਸਟ ਆਫ ਆਲ ਕੀ ਹੈ? ਟੇਕ ਇਨਪੁਟ। ਤਾਂ ਇਨਪੁਟ ਕੀ ਹੈ? ਦ ਪ੍ਰੋਸੈਸ ਆਫ ਐਂਟਰਿੰਗ ਡਾਟਾ ਐਂਡ ਇੰਸਟਰਕਸ਼ਨ ਇਨਟੂ ਦਾ ਕੰਪਿਊਟਰ ਸਿਸਟਮ। ਫਿਰ ਸਟੋਰ ਡਾਟਾ, saving data and instructions so that they are available for processing when required। ठीक है। ਉਸ ਤੋਂ ਬਾਅਦ processing data, performing arithmetic and logical operation। ਆਪਾਂ ਪੂਰੀ ਡਿਟੇਲ ਚ ਅੱਗੋਂ ਪੜਾਂਗੇ ਵੀ arithmetic ਤੇ logic operations ਕੀ ਹੁੰਦੇ ਆ। ਫਿਰ output, the process of producing user information। ਹੁਣ ਐ ਪੁੱਛਿਆ ਜਾਂਦਾ ਹੁੰਦਾ ਵੀ what is output ਤੇ ਆਪਣਾ ਆਨਸਰ ਕੀ ਹੋਏਗਾ? the process of producing useful information and for user। ठीक है। ਉਸ ਤੋਂ ਬਾਅਦ control the workflow, direct the manner and sequence in which all the above operations are performed। ठीक है। ਉਸ ਤੋਂ ਬਾਅਦ functions of computer। functions of computer ਚ ਕੀ ਹੈ ਜੀ? ਜਿਵੇਂ ਇਨਪੁਟ ਹੈ, ਸਟੋਰੇਜ ਹੈ, ਪ੍ਰੋਸੈਸਿੰਗ ਹੈ, ਆਊਟਪੁੱਟ ਹੈ। ਇਨਪੁਟ ਦੇ ਵਿੱਚ ਕੀ ਹੈ? ਇਨਪੁਟ ਦੇ ਵਿੱਚ ਕੀ ਹੈ? ਰਿਸੀਵਿੰਗ ਐਕਸੈਪਟਿੰਗ ਇਨਫੋਰਮੇਸ਼ਨ ਫਰੋਮ ਆਊਟਸਾਈਡ, ਵੀ ਆਪਾਂ ਬਾਹਰੋਂ ਹੈ ਜਿਹੜੀ ਉਹ ਇਨਫੋਰਮੇਸ਼ਨ ਰਿਸੀਵ ਕਰਦੇ ਹਾਂ। ਮੋਸਟ ਕਾਮਨ ਕੀ ਹੈ? ਮੋਸਟ ਕਾਮਨ ਕੀ ਐਵੇਂ ਆਪਾਂ ਕਿਵੇਂ ਕਰਦੇ ਹਾਂ ਇਨਪੁਟ ਕੰਪਿਊਟਰ ਦੇ ਵਿੱਚੋਂ ਕਿਵੇਂ ਰਿਸੀਵ ਕਰ ਰਿਹਾ ਕੰਪਿਊਟਰ? ਤਾਂ ਆਪਾਂ ਨੂੰ ਪਤਾ ਹੀ ਹੈ ਕੰਪਿਊਟਰ ਰਿਸੀਵ ਕਿਵੇਂ ਕਰਦਾ ਜਦੋਂ ਆਪਾਂ ਕੀਬੋਰਡ ਜਾਂ ਮਾਊਸ ਦੇ ਰਾਹੀਂ ਕਲਿੱਕ ਕਰਦੇ ਹਾਂ। ਠੀਕ ਹੈ। ਅੱਛਾ ਉਸ ਤੋਂ ਬਾਅਦ ਕੀ ਹੈ? ਬਹੁਤ ਸਾਰੀਆਂ ਟਾਈਪ ਹੈ ਇਨਪੁਟ ਡਿਵਾਈਸ ਦੀਆਂ, ਜਿਵੇਂ ਵੈਬ ਕੈਮ ਹੈ ਹਨਾ, ਇੱਕ ਐਗਜ਼ਾਮਪਲ ਹੈ ਵੈਬ ਕੈਮ ਹੈ, ਉਹ ਵੀ ਇੱਕ ਇਨਪੁਟ ਡਿਵਾਈਸ ਹੈ। ਅੱਛਾ ਉਸ ਤੋਂ ਬਾਅਦ ਕੀ ਹੈ ਜੀ? ਕੰਪਿਊਟਰ ਇਨਫੋਰਮੇਸ਼ਨ ਹੋਰ ਵੀ ਤਰ੍ਹਾਂ ਰਿਸੀਵ ਕਰ ਸਕਦਾ, ਜਿਵੇਂ DVD ਡਿਸਕ ਹੋ ਗਈ, ਪੈਨ ਡਰਾਈਵ ਹੋ ਗਈ, ਤਾਂ ਉਸ ਤਰੀਕੇ ਨਾਲ ਵੀ ਜਿਹੜੀ ਕੰਪਿਊਟਰ ਦੇ ਵਿੱਚ ਇਨਫੋਰਮੇਸ਼ਨ ਹੈ ਉਹ ਜਾ ਸਕਦੀ ਹੈ। ਸਟੋਰੇਜ, ਸਟੋਰੇਜ ਦਾ ਮਤਲਬ ਕੀ ਹੈ ਵੀ ਸਟੋਰ ਇਨਫੋਰਮੇਸ਼ਨ ਇਨ ਕੰਪਿਊਟਰ। ਠੀਕ ਹੈ। ਤਾਂ ਸਟੋਰੇਜ ਦੇ ਵਿੱਚ ਕੀ ਹੈ ਵੀ ਕੰਪਿਊਟਰ ਦੇ ਵਿੱਚ ਕੀ ਹੋਊਗਾ ਵੀ ਇਨਫੋਰਮੇਸ਼ਨ ਹੈ ਨਾ ਉਹ ਜਿਹੜੀ ਸਟੋਰ ਹੋਏਗੀ। ਅੱਜ ਦੇ ਟਾਈਮ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੀ ਲਾਰਜ ਐਕਸਟੈਂਟ ਤੱਕ ਹੈ ਜਿਹੜੀ ਈਵਨ TB PB ਤੱਕ ਜਿਹੜੀ ਆ ਉਹ ਸਟੋਰੇਜ ਜਾ ਚੁੱਕੀ ਹੈ ਕੰਪਿਊਟਰ ਦੀ, ਹੈ ਨਾ। ਤਾਂ ਮੇਨਲੀ ਇਹਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ। ਫਸਟ ਇਜ਼ ਦਾ ਮੈਮਰੀ ਇਨ ਸੈਂਟਰਲ ਪ੍ਰੋਸੈਸਿੰਗ ਯੂਨਿਟ ਆਫ ਅ ਕੰਪਿਊਟਰ ਐਂਡ ਸੈਕਿੰਡ ਇਜ਼ ਆਕਸਿਲਰੀ ਮੈਮਰੀ। ਤਾਂ ਆਪਾਂ ਮੈਮਰੀ ਦੇ ਵਿੱਚ ਇਹਨੂੰ ਅੱਗੋਂ ਫਰਦਰ ਸਟੱਡੀ ਕਰਾਂਗੇ ਕਿ ਜਿਹੜਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕਿਵੇਂ ਹੋਏਗੀ ਔਰ ਆਕਸਿਲਰੀ ਮੈਮਰੀ ਕਿਵੇਂ ਹੋਏਗੀ। ਤਾਂ ਤੁਸੀਂ ਯਾਦ ਇਹ ਰੱਖਣਾ ਹੈ ਵੀ ਸਟੋਰੇਜ। ਨੈਕਸਟ ਹੈ ਪ੍ਰੋਸੈਸਿੰਗ। ਪ੍ਰੋਸੈਸਿੰਗ ਮਤਲਬ ਕੀ ਹੋਇਆ? ਜਿਹੜਾ ਆਪਾਂ ਡਾਟਾ ਕੀਤਾ ਆਲਰੇਡੀ ਉਹਦੇ ਵਿੱਚ ਹੈ, ਉਹਨੇ ਪ੍ਰੋਸੈਸ ਹੋ ਕੇ ਉਹਦੀ ਕੋਈ ਇਨਫੋਰਮੇਸ਼ਨ ਕੋਈ ਰਿਜ਼ਲਟ ਨਿਕਲ ਕੇ ਅੱਗੇ ਤਾਂ ਜਾਏਗਾ ਨਾ, ਤਾਂ ਅੱਗੇ ਕਿਵੇਂ ਜਾਏਗਾ? ਉਸ ਤੋਂ ਬਾਅਦ ਕੀ ਹੋਏਗੀ? ਉਹਦੀ ਆਊਟਪੁੱਟ ਹੋ ਜਾਏਗੀ। ਹਾਂਜੀ। ਉਸ ਤੋਂ ਬਾਅਦ ਨੈਕਸਟ ਹੈ ਜਨਰੇਸ਼ਨ ਆਫ ਕੰਪਿਊਟਰ। ਜਨਰੇਸ਼ਨ ਆਫ ਕੰਪਿਊਟਰ ਦੇ ਵਿੱਚ ਦੇਖੋ ਫਿਰ ਫਸਟ ਜਨਰੇਸ਼ਨ ਹੈ 1940 to 56, ਇਹਦੇ ਵਿੱਚ ਆਪਣੇ ਕੋਲ ਵੈਕਿਊਮ ਟਿਊਬ ਯੂਜ਼ ਹੋਏ ਹੈ। ਸੈਕਿੰਡ ਜਨਰੇਸ਼ਨ ਟਰਾਂਜ਼ਿਸਟਰ ਹੈ। ਥਰਡ ਜਨਰੇਸ਼ਨ ਹੈ ਇੰਟੀਗ੍ਰੇਟਿਡ ਸਰਕਟ ਹੈ। ਫੋਰਥ ਜਨਰੇਸ਼ਨ ਹੈ ਮਾਈਕਰੋ ਪ੍ਰੋਸੈਸਰ ਯੂਜ਼ ਹੋਏ ਹੈ। ਫਿਫਥ ਜਨਰੇਸ਼ਨ ਹੈ ਉਹ ਜਿਹੜੇ ਸੈਮੀ ਕੰਡਕਟਰ ਯੂਜ਼ ਹੋਏ ਹੈ। ਔਰ ਉਸ ਤੋਂ ਬਾਅਦ ਕੀ ਹੈ? ਲੈਂਗੁਏਜ ਅਕੋਰਡਿੰਗ ਟੂ ਜਨਰੇਸ਼ਨ। ਦੇਖੋ ਇਹ ਚੀਜ਼ ਮੈਂ ਦੁਬਾਰਾ ਫਿਰ ਤਾਂ ਐਡ ਕੀਤੀ ਹੈ ਤਾਂ ਕਿ ਇਹਨਾਂ ਚੋਂ ਕੁਐਸਚਨ ਬਣਦੇ ਆ ਤੁਹਾਨੂੰ ਚੀਜ਼ ਯਾਦ ਰਵੇ, ਤਾਂ ਇਸ ਕਰਕੇ ਇਹਨੂੰ ਫਿਰ ਤੋਂ ਚਾਹੇ ਸਕਰੀਨਸ਼ਾਟ ਲੈ ਲਓ ਚਾਹੇ ਇਹਨੂੰ ਨੋਟ ਕਰ ਲਓ। ਜਨਰੇਸ਼ਨ ਦੇ ਵਿੱਚ ਯੂਜ਼ ਕੀ ਹੋਇਆ? ਜਿਵੇਂ ਵੈਕਿਊਮ ਟਿਊਬ ਫਸਟ ਜਨਰੇਸ਼ਨ 'ਚ ਯੂਜ਼ ਹੋਇਆ, ਸੈਕਿੰਡ ਜਨਰੇਸ਼ਨ 'ਚ ਟਰਾਂਜ਼ਿਸਟਰ ਹੋਇਆ,
थर्ड जनरेशन च आईसी यूज होया, तो आईसी मोस्ट इंपोर्टेंट है, प्लस वैक्यूम ट्यूब की किहड़ी जनरेशन च यूज होया, ठीक है जी। उस तो बाद फोर्थ जनरेशन च माइक्रो प्रोसैसर आ गया, फिफ्थ जनरेशन च सैमी कंडक्टर्स आ गई, और इन्हों की डेट भी जो हो सके तो याद कर लियो। उस तो बाद लैंगुएज है, लैंगुएज फिर रिवाइज कर लो भी फस्ट जनरेशन च किहड़ी लैंगुएज है, मशीन एंड असैंबली लैंगुएज, सैकेंड जनरेशन च असैंबली लैंगुएज ते हाई लैवल लैंगुएज, थर्ड जनरेशन च हाई लैवल लैंगुएज, हाई लैवल लैंगुएज के नाम जरूर कर लियो, फोर्थ जनरेशन च हाई लैवल लैंगुएज, फिफ्थ जनरेशन च हाई लैवल लैंगुएज। हुण इन्हां दे नाम देखो, सैकेंड जनरेशन च किहड़ियां किहड़ियां आईयां, फोटोन ते कबोल। थर्ड जनरेशन च फोटोन का वर्जन आया 2 to 4, कबोल आई है, पास्कल, बेसिक ते एल्गोल 68। फोर्थ जनरेशन दे विच हाई लैवल लैंगुएज फोटन 77। हुण फोटन 77 इज एग्जाम्पल ऑफ विच लैंगुएज, हाई लैवल लैंगुएज ऑफ फोर्थ जनरेशन। नैक्सट है पास्कल है, और उस तो बाद कबोल है। हुण देखो कबोल का जिहड़ा वर्जन सैकेंड जनरेशन च है और कबोल का जिहड़ा वर्जन फोर्थ जनरेशन च, इहदे च बहुत फर्क है, क्योंकि जदों कबोल सैकेंड जनरेशन दे विच आई सी ਤਾਂ ਉਹ ਕੀ ਕਹਿ ਲਓ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਾਂ ਲੋ ਲੈਵਲ ਸੀਗੀ, ਔਰ ਲੇਕਿਨ ਜਦੋਂ ਕਬੋਲ ਫੋਰਥ ਜਨਰੇਸ਼ਨ ਤੱਕ ਪਹੁੰਚੀ ਹੈ ਤਾਂ ਉਹ ਹਾਈ ਲੈਵਲ ਕਬੋਲ ਹੈ। ਤਾਂ ਔਰ ਲਾਸਟ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਫਿਫਥ ਜਨਰੇਸ਼ਨ ਚੋਂ ਕੁਐਸਚਨ ਪੁੱਛ ਲੈਂਦੇ ਆ ਵੀ C++, ਜਾਵਾ, .NET ਕਿਹੜੀ ਜਨਰੇਸ਼ਨ ਦੀ ਹੈ, ਤਾਂ ਫਿਫਥ ਜਨਰੇਸ਼ਨ ਦੀ ਹੈ, ਠੀਕ ਹੈ ਜੀ। ਹਾਂਜੀ, ਹੁਣ ਆਪਾਂ ਇਹਦੇ ਰਿਲੇਟਿਡ ਹੈ ਜਿਹੜੇ ਉਹ ਕੁਐਸਚਨਸ ਦੇਖਦੇ ਹਾਂ। This person created what is now known as the first computer program. The program was made to help the analytical engine calculate numbers. The person का नाम है जी, इस person का नाम है एडा लवलेस। एडा लवलेस एक पर्सन है जिसने की किया फर्स्ट कंप्यूटर प्रोग्राम। द पर्सन क्रिएटेड, उन्हें की क्रिएट किया जी, फर्स्ट कंप्यूटर प्रोग्राम। इंटरनेट की इन्वेंशन किन्नी की है जी, मोर दैन वन परसन। ये जिमें स्टीव जॉब्स है, एल गोरे है, विलियम शोकले है। तो तुसी मैनू ग्रुप दे जिहड़ा तुहाडा हुंदा रिप्लाई आपां करदे हां, तो तुसी मैनू रिप्लाई जरूर करना है, इसका कमेंट सैक्शन दे विच रिप्लाई करना है कि इंटरनेट है जिहड़ा उहदी इन्वेंशन किसने की है। हाँ जी, नैक्सट, this person created a machine called the analytical engine. His idea were some of the first that lead to the creation of computer। ਤਾਂ ਜਿਸ ਨੂੰ father of computer ਵੀ ਕਿਹਾ ਜਾਂਦਾ ਹੈ, ਚਾਰਲਸ ਬੇਬੇਜ। ਹਾਂਜੀ, ਉਸ ਤੋਂ ਬਾਅਦ this invention was 1000 times faster than any machine built before it. It was so big that it could fill up to a house। ਤਾਂ ਇਹ ਇਨਵੈਂਸ਼ਨ ਕਿਹੜੀ ਸੀ, ENIAC ਦੀ ਇਨਵੈਂਸ਼ਨ ਸੀ। This invention replaced the vacuum tube and made computer much smaller and faster. However, it is eventually replaced by another invention। ਤਾਂ ट्रांजिस्टर है, ट्रांजिस्टर ने की किया, इस इन्वेंशन ने वैक्यूम ट्यूब ਨੂੰ रिप्लेस ਕੀਤਾ ਸੀ। ਤਾਂ ਦੇਖੋ ਕੁਐਸਚਨ ਕਿਵੇਂ ਘੁਮਾ ਕੇ ਆਪਾਂ ਨੂੰ ਪੁੱਛਿਆ ਹੋਇਆ, ਯਾਨੀ ਕਿ ਵੀ ਵੈक्यूम ट्यूब ਨੂੰ ਰਿਪਲੇਸ ਕਰਕੇ ਕਿਵੇਂ ਕੀ ਆਇਆ, ਤਾਂ ਟ੍ਰਾਂजिस्टर ਹੈ ਨਹੀਂ। ਇਹ ਕੁਐਸਚਨ ਹੈ ਜਿਹੜੇ ਜੀ ਲਾਸਟ ਈਅਰ ਦੇ ਮੈਂ ਪੇਪਰਸ ਤੋਂ ਹੀ ਪਿਕ ਕੀਤੇ ਆ, ਤਾਂ ਇਹਨਾਂ ਨੂੰ ਕਰ ਲਿਓ। This invention help make computer much smaller and faster। what is it called। ਤਾਂ ਦੇਖੋ ਵੈक्यूम ट्यूब है उदों तो बहुत ਵੱਡਾ ਸੀ, ਉਸ ਤੋਂ ਬਾਅਦ ਕੋਈ ਇਨਵੈਂਸ਼ਨ ਨਹੀਂ ਆਈ, ਲੇਕਿਨ ਜਿਹੜਾ ਇੰਟੀਗ੍ਰੇਟਿਡ ਸਰਕਟ ਹੈ, ICs ਜਿਹਨੂੰ ਬੋਲ ਦਿੰਦੇ ਆ, ਉਹਨੇ ਕੀ ਕੀਤਾ, ਜਿਹੜਾ ਕੰਪਿਊਟਰ ਨੂੰ ਫਾਸਟ ਕਰਤਾ। VLSI ਕਿਹੜੀ ਜਨਰੇਸ਼ਨ ਚ ਆਇਆ ਜੀ, ਤਾਂ ਫੋਰਥ ਜਨਰੇਸ਼ਨ ਚ ਆਇਆ। VLSI ਦੀ ਫੁੱਲ ਫਾਰਮ ਹੁੰਦੀ ਹੈ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। थर्ड जनरेशन जिवें मैं पहला भी कहा सी, डिटो क्वेश्चन पेपर च आउंदा है। थर्ड जनरेशन च किहड़ा आया, IC आए है, और सैकेंड फर्स्ट जनरेशन च अपने कोल वैक्यूम ट्यूब आए है। ULSI अल्ट्रा लार्ज स्केल इंटीग्रेशन। जिवें स्टूडेंट्स VLSI की फुल फॉर्म है वैरी लार्ज स्केल इंटीग्रेशन, तो ULSI दी है अल्ट्रा लार्ज स्केल इंटीग्रेशन। हाँ जी, फोर्थ जनरेशन कंप्यूटर किहड़ा है, हुण देखो हुण लास्ट ईयर का क्वेश्चन है, फोर्थ जनरेशन कंप्यूटर किहड़ा इन्हां चों की IBM 360 है, नो। IBM 1401 है, नो। तो आंसर की होएगा इंटेल 4004। तो ये सीगा जी बेसिक्स ऑफ कंप्यूटर, और इस चों क्वेश्चन जरूर बननगे। वीडियोज़ नूं एक बारी ना क्लीयर होवे तो दोबारा देखो, चीज़ों नूं याद करना शुरू करो, क्योंकि मैमोराइज जी कोई भी चीज़ होंगी ना, फस्ट डे नहीं हो सकती, वो तुहाडी रिवीजन है जी, वो तुहानूं याद कराएगी। तो थैंक यू सो मच तुसीं इस वीडियो नूं देखिया।